ਸਾਡਾ ਅਗਲਾ ਸੈਗਮੈਂਟ ਜਿਹੜਾ ਉਹ ਉਹਦਾ ਸਵਾਲ ਹੈ ਕਿ ਬਿੱਲ ਜਿਹੜਾ C11 ਹਾਂਜੀ ਕੈਨੇਡਾ ਦੇ ਵਿੱਚ ਇਹ ਬਹੁਤ ਚਰਚਾ ਦੇ ਵਿੱਚ ਆਇਆ ਹੋਇਆ ਹੈ ਜੀ। ਆਖਰ ਇਹ ਬਿੱਲ ਹੈ ਕੀ ਹੈ ਗਿੱਲ ਸਾਹਿਬ, ਇਹਦੇ ਬਾਰੇ ਸਾਨੂੰ ਜ਼ਰੂਰ ਦੱਸੋ ਜੀ। ਭੰਮ ਸਾਹਿਬ, ਇਹ ਬਿੱਲ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਜਿਹੜਾ ਇਹ ਬਿੱਲ ਹੈ ਇਸ ਦਾ ਸੰਬੰਧ ਜਿਹੜੇ ਸਾਡੇ ਮੂਲਭੂਤ ਅਧਿਕਾਰ ਹੈ, ਜਿਹੜੇ ਸਾਡੇ ਚਾਰਟਰ ਰਾਈਟਸ ਹੈ, ਉਸ ਦੇ ਵਿੱਚੋਂ ਜਿਹੜੀ ਰਾਈਟ ਟੂ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਹੈ, ਇਹ ਬਿੱਲ ਉਸ ਦੇ ਨਾਲ ਵਾਬਸਤਾ ਹੈ। ਤੇ ਜਿਹੜਾ ਇਸ ਬਿੱਲ ਦਾ ਕ੍ਰਿਟੀਕ ਹੋ ਰਿਹਾ ਹੈ ਉਹ ਇਸ ਗਰਾਊਂਡ ਤੇ ਹੋ ਰਿਹਾ ਹੈ ਕਿ ਜਿਹੜੀ ਲੋਕਾਂ ਦੀ ਐਕਸਪ੍ਰੈਸ਼ਨ, ਰਾਈਟ ਟੂ ਬੋਲਣ ਦੀ ਆਜ਼ਾਦੀ ਤੇ ਆਪਣੇ ਆਪ ਨੂੰ ਜਿਹੜੀ ਐਕਸਪ੍ਰੈਸ ਕਰਨ ਦੀ ਆਜ਼ਾਦੀ ਹੈ, ਇਹ ਬਿੱਲ ਉਸ ਦਾ ਘਾਣ ਕਰੇਗਾ। ਇਹ ਬਿੱਲ ਜਿਹੜਾ ਹੈ ਡੈਮੋਕ੍ਰੈਟਿਕ ਪ੍ਰਿੰਸੀਪਲਸ ਹੈ, ਜਿਹੜੇ ਚਾਰਟਰ ਪ੍ਰਿੰਸੀਪਲਸ ਹੈ ਕੈਨੇਡਾ ਦੇ, ਇਹ ਬਿੱਲ ਉਹਨਾਂ ਦੇ ਉਲਟ ਹੈ। ਪਰ ਜਿਹੜੀ ਸਰਕਾਰ ਹੈ ਭੰਮ ਸਾਹਿਬ, ਉਹ ਇਸ ਬਿੱਲ ਦਾ ਇਹ ਕਹਿ ਕੇ ਇਸ ਦਾ ਬਚਾਅ ਕਰ ਰਹੀ ਹੈ, ਇਸ ਨੂੰ ਪਾਸ ਕਰਨਾ ਚਾਹੁੰਦੀ ਹੈ ਕਿ ਉਹ ਇਸ ਦੇ ਨਾਲ ਜਿਹੜਾ ਕੈਨੇਡੀਅਨ ਕਲਚਰ ਹੈ ਉਸ ਨੂੰ ਪ੍ਰੋਟੈਕਟ ਕਰੇਗੀ। ਹੁਣ ਇਹ ਬਿੱਲ ਹੈ ਕੀ ਜੀ? ਸੋ ਇਸ ਦੇ ਜੇ ਮੈਂ ਸੰਦਰਭ ਦੇ ਵਿੱਚ ਜਾਵਾਂ ਭੰਮ ਸਾਹਿਬ, ਕੈਨੇਡਾ ਦੇ ਵਿੱਚ ਬ੍ਰੌਡਕਾਸਟਿੰਗ ਐਕਟ ਹੈ ਜੀ। ਜਿਹੜਾ ਬ੍ਰੌਡਕਾਸਟਿੰਗ ਐਕਟ ਹੈ ਉਸ ਦੇ ਤਹਿਤ ਇੱਕ ਅਥਾਰਟੀ ਬਣਾਈ ਗਈ ਜਿਸ ਦਾ ਨਾਮ ਸੀ CRTC, ਕੈਨੇਡੀਅਨ ਰੇਡੀਓ ਐਂਡ ਟੈਲੀਵਿਜ਼ਨ ਕਾਰਪੋਰੇਸ਼ਨ। ਜਿਹੜਾ CBC ਹੈ, ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ, ਉਹ ਵੀ ਇਸ ਬ੍ਰੌਡਕਾਸਟਿੰਗ ਐਕਟ ਦੇ ਤਹਿਤ ਹੀ ਬਣਾਇਆ ਗਿਆ ਜੀ। ਸੋ ਭੰਮ ਸਾਹਿਬ, CRTC ਬਣਾਈ ਗਈ ਤੇ ਉਸ ਨੂੰ ਵੱਖ-ਵੱਖ ਮੈਂਡੇਟ ਦਿੱਤੇ ਗਏ। ਉਸ ਨੂੰ ਇਹ ਵੀ ਦਿੱਤਾ ਗਿਆ, ਕੈਨੇਡੀਅਨ ਕੰਟੈਂਟ ਦਾ ਮੈਂਡੇਟ ਦਿੱਤਾ ਗਿਆ। ਉਸ ਨੂੰ ਇਹ ਵੀ ਮੈਂਡੇਟ ਦਿੱਤਾ ਗਿਆ ਕਿ ਜਿਹੜਾ ਮਲਟੀਕਲਚਰਲਿਜ਼ਮ ਹੈ ਉਹ ਰਿਫਲੈਕਟ ਹੋਣਾ ਚਾਹੀਦਾ ਹੈ ਟੀਵੀ ਤੇ ਰੇਡੀਓ ਦੀ ਬ੍ਰੌਡਕਾਸਟਿੰਗ ਦੇ ਵਿੱਚ। ਉਸ ਨੂੰ ਇਹ ਵੀ ਮੈਂਡੇਟ ਦਿੱਤਾ ਗਿਆ ਬ੍ਰੌਡਕਾਸਟਿੰਗ ਐਕਟ ਦੇ ਵਿੱਚ ਕਿ ਜਿਹੜਾ ਫ੍ਰੈਂਚ ਕਲਚਰ ਹੈ ਉਸ ਦੇ ਵਿੱਚ ਵੀ ਜਿਹੜਾ ਕੰਟੈਂਟ ਕ੍ਰੀਏਟ ਹੋਣਾ ਤੇ ਉਸ ਨੂੰ ਪ੍ਰਮੋਟ ਕਰਨਾ। ਸੋ ਜਿਹੜਾ ਬ੍ਰੌਡਕਾਸਟਿੰਗ ਐਕਟ ਹੈ ਉਸਨੇ ਇਹ ਸਾਰਾ ਮੈਂਡੇਟ ਹੈ ਜਿਹੜਾ ਉਹ ਰੇਡੀਓ ਤੇ ਟੈਲੀਵਿਜ਼ਨ ਨੂੰ ਦਿੱਤਾ ਤੇ ਉਸ ਨੂੰ ਰੈਗੂਲੇਟ ਕਰਨ ਵਾਸਤੇ ਇੱਕ ਅਥਾਰਟੀ ਬਣਾਈ ਜਿਸ ਦਾ ਨਾਮ ਸੀ CRTC। ਸੋ ਜਿਹੜੀ CRTC ਹੈ ਭੰਮ ਸਾਹਿਬ, ਇਹ ਰੈਗੂਲੇਟ ਕਰਦੀ ਸੀ ਟੈਲੀਵਿਜ਼ਨ ਤੇ ਰੇਡੀਓ ਨੂੰ, ਤੇ ਇਹ ਇੱਕ ਸ਼ਰਤ ਜਿਹੜੀ ਹੈ ਉਹ ਲਾਉਂਦੀ ਸੀ ਟੈਲੀਵਿਜ਼ਨ ਤੇ ਰੇਡੀਓ ਦੇ ਉੱਤੇ ਕਿ ਉਹ ਕੈਨੇਡੀਅਨ ਕੰਟੈਂਟ, ਕੁਝ ਹਿੱਸਾ ਜਿਹੜਾ ਆਪਣੇ ਪ੍ਰਸਾਰਣ ਦਾ ਹੈ ਨਿਰਧਾਰਿਤ ਹਿੱਸਾ, ਉਹ ਕੈਨੇਡੀਅਨ ਕੰਟੈਂਟ ਹੋਣਾ ਉਹ ਜ਼ਰੂਰੀ ਹੈ। ਉਸ ਦੇ ਵਿੱਚ ਇੱਕ ਪੁਆਇੰਟ ਸਿਸਟਮ ਦੇ ਹਿਸਾਬ ਦੇ ਨਾਲ ਇਹ ਦੇਖਿਆ ਜਾਂਦਾ ਸੀ ਕਿ ਕੈਨੇਡੀਅਨ ਕੰਟੈਂਟ ਕੀ ਹੈ। ਉਸ ਨੂੰ ਦੇਖਣ ਦੇ ਲਈ ਜਿਹੜਾ ਪ੍ਰੋਡਿਊਸਰ ਹੈ ਉਸ ਦੀ ਨੈਸ਼ਨੈਲਿਟੀ ਤੇ ਉਹ ਕਿੱਥੋਂ ਕੰਟਰੋਲ ਹੁੰਦੀ ਹੈ, ਜਿਹੜਾ ਉਹ ਅਦਾਰਾ ਹੈ ਜੋ ਕੈਨੇਡੀਅਨ ਬੰਦੇ ਉਹਨੂੰ ਕੰਟਰੋਲ ਕਰਦੇ ਆ, ਜਿਹੜੇ ਕੰਟੈਂਟ ਕ੍ਰੀਏਟਰਸ ਦੀ ਨੈਸ਼ਨੈਲਿਟੀ ਤੇ ਡਿਸੀਜਨ ਮੇਕਰ ਦੀ ਨੈਸ਼ਨੈਲਿਟੀ। ਸੋ ਇੱਕ ਬੜਾ ਇਲੈਬੋਰੇਟ ਜਿਹੜਾ ਪੁਆਇੰਟ ਸਿਸਟਮ ਹੈ ਉਹ ਬਣਾਇਆ ਗਿਆ ਸੀ ਅੱਜ ਤੋਂ ਲਗਭਗ 30-35 ਸਾਲ ਪਹਿਲਾਂ। ਕਿਉਂਕਿ ਦੇਖੋ, ਜਿਹੜਾ ਟੀਵੀ ਤੇ ਜਿਹੜਾ ਰੇਡੀਓ ਹੈ ਉਹ ਇੱਕ ਲਿਮਿਟਡ ਰਿਸੋਰਸ ਹੈ ਕਿਉਂਕਿ ਇਹਦੀ ਫ੍ਰੀਕੁਐਂਸੀ ਹੈ ਤੇ ਇਹਦਾ ਜਿਹੜਾ ਦੇਖੋ ਪ੍ਰਸਾਰਣ ਹੈ ਉਹ ਲਿਮਿਟਡ ਟਾਈਮ ਵਾਸਤੇ ਹੋ ਸਕਦਾ ਇੱਕ ਦਿਨ ਦੇ ਵਿੱਚ, ਚਾਹੇ ਉਹ ਟੈਲੀਵਿਜ਼ਨ ਹੈ ਚਾਹੇ ਰੇਡੀਓ ਹੈ। ਸੋ ਇੱਥੇ ਤੱਕ ਇਹ ਗੱਲ ਜਿਹੜੀ ਵਾਜਬ ਮੰਨੀ ਜਾ ਸਕਦੀ ਸੀ ਕਿ ਹਾਂ, ਸਰਕਾਰ ਦਾ ਇੱਕ ਜੈਨੂਇਨ ਇੰਟਰਸਟ ਹੈ ਕਿ ਉਹ ਕੈਨੇਡੀਅਨ ਕੰਟੈਂਟ ਹੈ ਜਿਹੜਾ ਕੈਨੇਡੀਅਨ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਉਭਾਰਨਾ ਚਾਹੁੰਦੀ ਹੈ, ਉਹਨਾਂ ਨੂੰ ਪ੍ਰੋਟੈਕਟ ਕਰਨਾ ਚਾਹੁੰਦੀ ਹੈ ਤੇ ਕੈਨੇਡੀਅਨ ਕਲਚਰ ਹੈ ਜਿਹੜਾ ਇੱਕ ਉਹਨੂੰ ਡੈਵਲਪ ਕਰਨਾ ਚਾਹੁੰਦੀ ਹੈ। ਉਹ ਭੰਮ ਸਾਹਿਬ, ਬਿੱਲ C11 ਨੇ ਕੀ ਕੀਤਾ ਕਿ ਹੁਣ ਤੁਸੀਂ ਜਾਣਦੇ ਹੋ ਕਿ ਜਿਹੜਾ ਸਾਡਾ ਨਿਊ ਏਜ ਮੀਡੀਆ ਸਾਰਾ ਡਿਵੈਲਪ ਹੋ ਚੁੱਕਿਆ ਹੈ। ਹੁਣ ਨਿਊ ਏਜ ਮੀਡੀਆ ਜਿਹੜਾ ਉਹਦੇ ਵਿੱਚ YouTube ਆ ਜਾਂਦਾ ਹੈ, ਆਨਲਾਈਨ ਸਟਰੀਮਿੰਗ ਜਿਹੜੇ ਪਲੇਟਫਾਰਮ ਹੈ ਉਹ ਆ ਜਾਂਦੇ ਆ, ਜਿਵੇਂ ਨੈਟਫਲਿਕਸ ਹੋ ਗਏ, ਹੋਰ ਹੋ ਗਏ। ਹੁਣ ਜਿਹੜਾ C11 ਬਿੱਲ ਹੈ ਇਹ ਕੀ ਚਾਹੁੰਦਾ ਹੈ ਕਿ ਜਿਹੜਾ ਸਾਰਾ ਨਿਊ ਏਜ ਮੀਡੀਆ ਹੈ ਉਸ ਨੂੰ ਵੀ ਜਿਹੜਾ CRTC ਦੀ ਛਤਰੀ ਦੇ ਥੱਲੇ ਲਿਆਂਦਾ ਜਾਵੇ ਤੇ CRTC ਉਹ ਸਾਰੇ ਮੀਡੀਆ ਨੂੰ, ਚਾਹੇ ਉਹ YouTube ਹੈ, ਚਾਹੇ ਉਹ ਨੈਟਫਲਿਕਸ ਹੈ, ਚਾਹੇ ਉਹ ਕੁਝ ਵੀ ਹੈ, ਉਸ ਨੂੰ ਰੈਗੂਲੇਟ ਕਰੇ। ਤੇ CRTC ਦੇ ਰੈਗੂਲੇਟ ਕਰਨ ਦੇ ਨਾਲ ਉੱਥੇ ਕੀ ਹੋਊਗਾ, ਉੱਥੇ ਵੀ ਜਿਹੜੀ ਕੈਨੇਡੀਅਨ ਕੰਟੈਂਟ ਦੀ ਜਿਹੜੀ ਸ਼ਰਤ ਹੈ ਉਹ ਉੱਥੇ ਵੀ ਲਾਗੂ ਹੋ ਜਾਊਗੀ। ਹੁਣ ਸਰਕਾਰ ਭੰਮ ਸਾਹਿਬ ਇਹ ਕਹਿ ਕੇ ਇਹ ਚੀਜ਼ ਕਰ ਰਹੀ ਹੈ ਕਿ ਜਿਹੜਾ ਹੁਣ ਦੇਖੋ ਬਈ
ਜਿਹੜਾ ਨਿਊ ਏਜ ਮੀਡੀਆ ਹੈ ਉਹ ਬੜਾ ਪ੍ਰਚਲਿਤ ਹੋ ਚੁੱਕਿਆ ਹੈ ਜੀ, ਉਹ ਬੜਾ ਰੈਵਨਿਊ ਜਨਰੇਟ ਕਰ ਰਿਹਾ ਇੱਥੋਂ। ਸੋ ਇਸ ਲਈ ਜਿਹੜਾ ਇਹਨਾਂ ਦਾ ਟ੍ਰੈਡੀਸ਼ਨਲ ਮੀਡੀਆ ਹੈ, ਜਿਹੜੇ ਟੀਵੀ ਚੈਨਲ ਹੈ, ਚਾਹੇ ਉਹ ਟੈਲਸ ਹੈ, ਚਾਹੇ ਬੈਲ ਹੈ, ਜਿਹੜੇ ਸੈਟੇਲਾਈਟ ਚੈਨਲਸ ਹੈ, ਉਹ ਉਸ ਦਾ ਮੁਕਾਬਲਾ ਨਹੀਂ ਕਰ ਪਾ ਰਹੇ। ਸੋ ਇਸ ਲਈ ਉਹ ਲੈਵਲ ਪਲੇਇੰਗ ਗਰਾਊਂਡ ਉਹਨਾਂ ਨੂੰ ਦੋਨਾਂ ਵਾਸਤੇ ਉਹ ਬਣਾਉਣਾ ਚਾਹੁੰਦੇ ਆ, ਵੀ ਨੈਟਫਲਿਕਸ ਤੇ ਐਮਾਜ਼ਨ ਪ੍ਰਾਈਮ ਜੋ ਵੀ ਇਹ ਕੰਪਨੀਆਂ ਹੈ, ਤੇ ਉਹ ਕਰ ਰਹੇ ਹੈ ਕਿ ਇਸ ਵਾਸਤੇ ਕਿ ਅਸੀਂ ਕੈਨੇਡੀਅਨ ਕਲਚਰ ਹੈ ਜਿਹੜਾ ਉਸ ਨੂੰ ਪ੍ਰੋਟੈਕਟ ਕਰਨਾ। ਜਿਹੜੀ ਕਲਚਰਲ ਮਿਨਿਸਟਰੀ ਹੈ ਉਹ ਇਹ ਬਿੱਲ ਲੈ ਕੇ ਆਈ ਹੈ ਜੀ ਕਿ ਅਸੀਂ ਕੈਨੇਡੀਅਨ ਕਦਰਾਂ ਕੀਮਤਾਂ ਨੇ ਜਿਹੜੀਆਂ ਉਸ ਨੂੰ ਪ੍ਰਮੋਟ ਕਰਨਾ। ਹੁਣ ਭੰਮ ਸਾਹਿਬ ਦੇਖੋ, ਜਿਹੜੀ ਸਰਕਾਰ ਹੁੰਦੀ ਹੈ ਉਹ ਤਾਂ ਬੜੇ ਚੰਗੇ ਸ਼ਬਦਾਂ ਦੇ ਵਿੱਚ ਹਰੇਕ ਚੀਜ਼ ਨੂੰ, ਬਿੱਲ ਨੂੰ ਪ੍ਰਸਤੁਤ ਕਰਦੀ ਹੁੰਦੀ ਹੈ, ਬੜਾ ਲਪੇਟ ਕੇ, ਬੜਾ ਉਸ ਨੂੰ ਸ਼ੂਗਰ ਕੋਟ ਕਰਕੇ, ਤਾਂ ਕਿ ਉਸ ਤੇ ਕੋਈ ਆਪੱਤੀ ਨਾ ਕਰੇ। ਪਰ ਇਸ ਬਿੱਲ ਦੇ ਖਿਲਾਫ ਬਹੁਤ ਉੱਚੀਆਂ ਆਵਾਜ਼ਾਂ, ਬਹੁਤ ਇਸ ਬਿੱਲ ਦੇ ਵਿਰੋਧ ਦੇ ਵਿੱਚ ਜਿਹੜੀਆਂ ਆਵਾਜ਼ਾਂ ਨੇ ਉਹ ਉੱਠ ਰਹੀਆਂ ਨੇ, ਤੇ ਜਿਹੜੇ ਉਹਨਾਂ ਦੇ ਕਾਰਨ ਹੈ ਸਾਰੇ ਉਹ ਵੀ ਬੜੇ ਵਾਜਬ ਜਾਪਦੇ ਹੈ। ਸੋ ਪਹਿਲਾਂ ਤਾਂ ਭੰਮ ਸਾਹਿਬ ਜਿਹੜੀ ਇਹ ਸਰਕਾਰ ਹੈ, ਸਰਕਾਰ ਦੀ ਮਨਸ਼ਾ ਦੇ ਉੱਤੇ ਜਿਹੜੇ ਵਿਰੋਧੀ ਪਾਰਟੀਆਂ ਨੇ ਤੇ ਜਿਹੜੇ ਫ੍ਰੀ ਸਪੀਚ ਦੇ ਜਿਹੜੇ ਮੁਦਈ ਹੈ ਉਹ ਇਹ ਇਲਜ਼ਾਮ ਲਾ ਰਹੇ ਹੈ ਕਿ ਜਿਹੜੀ ਇਹ ਸਰਕਾਰ, ਜਿਹੜੀਆਂ ਉਹ ਵੱਡੀਆਂ ਕੰਪਨੀਆਂ ਨੇ, ਜਿਹੜੇ ਬਿਗ ਬॉयਜ਼ ਹੈ ਸੈਟੇਲਾਈਟ ਚੈਨਲ ਵਾਲੇ, ਉਹਨਾਂ ਦੇ ਪ੍ਰੈਸ਼ਰ ਦੇ ਅੰਡਰ ਆ ਕੇ ਇਹ ਜਿਹੜਾ ਨਿਊ ਏਜ ਮੀਡੀਆ ਹੈ, ਜਿਹੜਾ ਇੰਡੀਪੈਂਡੈਂਟ ਮੀਡੀਆ ਹੈ, ਕੋਈ ਛੋਟਾ ਯੂਟਿਊਬਰ ਹੈ ਜਿਸ ਨੂੰ ਲੋਕ ਦੇਖ ਰਹੇ ਨੇ, ਮਿਲੀਅਨਸ ਆਫ ਲੋਕ, ਮਿਲੀਅਨਸ ਆਫ ਵਿਊਜ਼ ਉਹਦੇ ਹੁੰਦੇ ਆ ਤੇ ਉਹ ਤੋਂ ਕਮਾਈ ਕਰਦਾ ਹੈ, ਉਹ ਜਿਹੜੇ ਬਿਗ ਬॉयਜ਼ ਹੈ ਸੈਟੇਲਾਈਟ ਚੈਨਲਸ ਹੈ ਉਹਨਾਂ ਨੂੰ ਇਹ ਮਨਜ਼ੂਰ ਨਹੀਂ ਕਿ ਕੋਈ ਜਿਹੜਾ ਚੈਲੰਜਰ ਹੈ ਉਹ ਉੱਠ ਕੇ ਜਿਹੜਾ ਉਹਨਾਂ ਦਾ ਹਿੱਸਾ ਹੈ ਉਹਨਾਂ ਦੀ ਮਾਰਕੀਟ ਦਾ ਉਸ ਨੂੰ ਕੈਪਚਰ ਕਰ ਲਵੇ, ਸਾਡੇ ਮੁਕਾਬਲੇ ਤੇ ਦੁਕਾਨ ਖੋਲ ਲਿਆ ਕੇ ਜੀ। ਕਿਉਂਕਿ ਉਹ ਬੜਾ ਲਿਮਟਿਡ ਗਰੁੱਪ ਹੈ, ਉਹ 4-5 ਵੱਡੀਆਂ ਕੰਪਨੀਆਂ ਨੇ ਜਿਹੜੀਆਂ ਸਾਰਾ ਮੀਡੀਆ, ਸਾਰਾ ਟੈਲੀਕਾਮ ਸਭ ਕਾਬੂ ਕਰਦੀਆਂ ਨੇ ਕੈਨੇਡਾ ਦੇ ਵਿੱਚ ਜੀ। ਸੋ ਇਹ ਉਹਨਾਂ ਦੇ ਦਬਾਅ ਦੇ ਹੇਠ ਸਰਕਾਰ ਜਿਹੜਾ ਇੰਡੀਪੈਂਡੈਂਟ ਮੀਡੀਆ ਹੈ, ਛੋਟਾ ਮੀਡੀਆ ਹੈ, ਕੋਈ ਯੂਟਿਊਬਰ ਹੈ, ਉਸ ਨੂੰ ਦਬਾਉਣਾ ਚਾਹੁੰਦੀ ਹੈ, ਉਸ ਨੂੰ ਖਤਮ ਕਰਨਾ ਚਾਹੁੰਦੀ ਹੈ ਜੀ। ਉਸ ਦੇ ਉੱਤੇ ਸ਼ਰਤਾਂ ਲਾ ਕੇ ਸਾਰੀਆਂ ਜੀ ਉਹ CRTC ਉਹ ਫਿਰ ਕੰਮ ਕਰੂਗੀ ਕਿ ਉਸ ਦੇ ਵਿੱਚ ਮੈਂ ਤੁਹਾਨੂੰ ਜਿਹੜਾ ਕੈਨੇਡੀਅਨ ਕੰਟੈਂਟ ਦਾ ਮਸਲਾ ਹੈ ਉਹਦੇ ਉੱਤੇ ਵੀ ਅੱਗੇ ਚੱਲ ਕੇ ਜਿਹੜਾ ਮੈਂ ਵਿਸਤਾਰ ਦੇ ਵਿੱਚ ਦੱਸੂਗਾ। ਪਰ ਪਹਿਲੀ ਗੱਲ ਤਾਂ ਇਹ ਜਿਹੜਾ ਇਤਰਾਜ਼ ਹੈ, ਹੁਣ ਇਸ ਇਤਰਾਜ਼ ਤੇ ਤੁਸੀਂ ਦੇਖੋ ਵੀ ਇਹਦੇ ਤੇ ਇਸ ਦੀ ਪੁਸ਼ਟੀ ਕਿਸ ਤਰ੍ਹਾਂ ਹੁੰਦੀ ਹੈ ਜੀ। ਇਸ ਦੀ ਪੁਸ਼ਟੀ ਇਸ ਤਰ੍ਹਾਂ ਵੀ ਹੁੰਦੀ ਹੈ ਭੰਮ ਸਾਹਿਬ ਕਿ ਜਿਹੜੀ ਕਮੇਟੀ ਬਣਾਈ ਗਈ ਸੀ ਜੀ ਇਸ ਬਿੱਲ ਤੇ ਪਾਰਲੀਮੈਂਟ ਦੀ ਚਰਚਾ ਕਰਨ ਵਾਸਤੇ ਜੀ, ਉਸ ਕਮੇਟੀ ਦੇ ਅੱਗੇ ਜਿਹੜੇ ਵੱਖ-ਵੱਖ ਵਿਟਨੈਸਸ ਜਿਹੜੇ ਹੈ ਉਹਨਾਂ ਨੇ ਆਪਣਾ ਗਵਾਹੀ ਦੇਣੀ ਸੀ ਇਸ ਬਿੱਲ ਨੂੰ ਲੈ ਕੇ। ਬਿਲਕੁਲ 8 ਵਿਟਨੈਸ ਟੋਟਲ ਹੋਏ, ਜਿਸ ਦੇ ਵਿੱਚੋਂ 7 ਵਿਟਨੈਸ ਹੈ ਜਿਹੜੇ ਉਹ ਲਿਬਰਲ ਪਾਰਟੀ ਨੇ ਬੁਲਾਏ ਸੀ ਤੇ 1 ਵਿਟਨੈਸ ਹੈ ਜਿਹੜਾ ਉਹ ਕੰਜ਼ਰਵੇਟਿਵ ਪਾਰਟੀ ਨੇ ਬੁਲਾਇਆ ਸੀ। ਜਿਹੜੇ ਲਿਬਰਲ ਪਾਰਟੀ ਦੀ ਸਰਕਾਰ ਵੱਲੋਂ 7 ਭੰਮ ਸਾਹਿਬ ਵਿਟਨੈਸ ਬੁਲਾਏ ਗਏ, ਉਹਦੀ YouTube ਉੱਤੇ ਸਾਰੀ ਵੀਡੀਓ ਪਈ ਹੈ ਉਸ ਕਾਰਵਾਈ ਦੀ ਜੀ। ਉਹ ਸੱਤੇ ਦੇ ਸੱਤੇ ਹੀ ਜਿਹੜੇ ਸੀਗੇ ਉਹ ਉਹਨਾਂ ਦੇ ਵਿੱਚੋਂ ਵੱਡੀਆਂ ਕੰਪਨੀਆਂ ਦੇ ਨੁਮਾਇੰਦੇ ਸੀ। ਅੱਛਾ। ਤੇ ਜਿਹੜੀਆਂ ਪ੍ਰੈਸ ਆਰਗੇਨਾਈਜੇਸ਼ਨਸ ਹੈ, ਜਿਹੜੀ ਟ੍ਰੈਡੀਸ਼ਨਲ ਪ੍ਰੈਸ ਹੈ, ਉਹਨਾਂ ਦੇ ਆਰਗੇਨਾਈਜੇਸ਼ਨ ਹੈ ਜਿਹੜੇ ਉਹਨਾਂ ਦੇ ਨੁਮਾਇੰਦੇ ਸੀ। ਸਿਰਫ ਇੱਕੋ ਇੱਕ ਜਿਹੜਾ ਇੰਡੀਪੈਂਡੈਂਟ ਯੂਟਿਊਬਰ ਸੀਗਾ ਉਹ 8ਵਾਂ ਵਿਟਨੈਸ ਸੀ, ਉਹਨੂੰ ਕੰਜ਼ਰਵੇਟਿਵ ਪਾਰਟੀ ਨੇ ਬੁਲਾਇਆ ਸੀ, ਜਿਸ ਨੇ ਇਸ ਬਿੱਲ ਦਾ, ਉਹ ਨਿਊ ਵੈਸਟ ਦਾ ਸੀਗਾ ਯੂਟਿਊਬਰ, ਜਿਸ ਨੇ ਇਸ ਬਿੱਲ ਦਾ ਪੁਰਜ਼ੋਰ ਉੱਥੇ ਵਿਰੋਧ ਕੀਤਾ। ਪਰ ਭੰਮ ਸਾਹਿਬ ਉਸ ਕਾਰਵਾਈ ਦੇ ਵਿੱਚ ਜਿਹੜੇ ਲਿਬਰਲ MP ਹੈ ਤੇ ਜਿਹੜੇ ਚੇਅਰ ਸੀ ਉਸ ਕਮੇਟੀ ਦੇ, ਉਹ ਇਸ ਤਰ੍ਹਾਂ ਉਹਨੂੰ ਸਵਾਲ ਪੁੱਛ ਰਹੇ ਸੀ, ਇਸ ਤਰ੍ਹਾਂ ਉਸ ਦੀ ਤਾੜਨਾ ਕਰ ਰਹੇ ਸੀ ਜਿਵੇਂ ਕੋਈ ਉਹ ਉਹਨਾਂ ਦਾ ਦੁਸ਼ਮਣ ਹੋਵੇ। ਓਕੇ। ਬੜੇ ਵੈਂਜਫੁਲੀ ਉਸ ਨੂੰ ਸਵਾਲ ਕੀਤੇ ਜਾ ਰਹੇ ਸੀ, ਬੜੇ ਅਗਰੈਸਿਵਲੀ। ਪਰ ਉਸਨੇ ਆਪਣਾ ਸਾਰਾ ਪੱਖ ਰੱਖਿਆ। ਤੇ ਇੱਕ ਹੋਰ ਭੰਮ ਸਾਹਿਬ ਜਿਹੜੀ ਇਸ ਕਾਰਵਾਈ ਦੇ ਵਿੱਚ ਜਿਹੜੀ ਗੱਲ ਉੱਭਰ ਕੇ ਸਾਹਮਣੇ ਆਈ ਹੈ ਉਹ ਇਹ ਹੈ ਕਿ ਦੇਖੋ ਜਿਹੜਾ ਇਹ ਬਿੱਲ ਹੈ C11, ਇਸਨੇ ਜਿਹੜਾ ਐਥਨਿਕ ਮੀਡੀਆ ਹੈ ਉਸ ਉੱਤੇ ਬੜਾ ਵੱਡਾ ਅਸਰ ਪਾਉਣਾ ਹੈ ਕੈਨੇਡੀਅਨ ਕੰਟੈਂਟ, ਕਿਉਂਕਿ ਸਾਡਾ ਜਿਹੜਾ ਕੰਟੈਂਟ ਹੈ ਉਸ ਨੂੰ ਉਹ ਪੁਆਇੰਟ ਬੇਸ ਦੇ ਉੱਤੇ ਹੋ ਸਕਦਾ ਉਸ ਨੂੰ CRTC ਕੱਲ ਨੂੰ ਕਹਿ ਦੇਵੇ ਕਿ ਕੈਨੇਡੀਅਨ ਕੰਟੈਂਟ ਨਹੀਂ ਹੈਗਾ ਜਿਹੜਾ ਐਥਨਿਕ ਮੀਡੀਆ ਹੈ, ਕਿਉਂਕਿ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਅਸੀਂ ਭਾਰਤ ਦੀ ਗੱਲ ਕਰਦੇ ਹਾਂ ਇੱਥੋਂ ਬੈਠ ਕੇ। ਸੋ ਪਰ ਜਿਹੜਾ ਐਥਨਿਕ ਮੀਡੀਆ ਹੈ ਜਿਸ ਦੇ ਉੱਤੇ ਐਡਾ ਵੱਡਾ ਅਸਰ ਇਹ ਬਿੱਲ ਪਾ ਸਕਦਾ ਹੈ C11, ਉਸ ਨੂੰ ਕੋਈ ਵੀ ਰੈਪਰਜ਼ੈਂਟੇਸ਼ਨ ਹੈ ਨਹੀਂ ਦਿੱਤੀ ਗਈ, ਨਾ ਪਾਰਲੀਮੈਂਟ ਦੀ ਕਮੇਟੀ ਦੇ ਵਿੱਚ,
ਕੋਈ ਵਿਟਨੈਸ ਐਥਨਿਕ ਮੀਡੀਆ ਦਾ ਪੱਖ ਪੇਸ਼ ਕਰਨ ਦੇ ਵਾਸਤੇ ਨਹੀਂ ਬੁਲਾਇਆ ਗਿਆ, ਜਦ ਕਿ ਇਹ ਬਿੱਲ ਸਾਡੇ ਉੱਤੇ, ਸਾਡੇ ਹੱਕਾਂ ਦੇ ਉੱਤੇ ਡਾਕਾ ਮਾਰਦਾ ਹੈ ਐਥਨਿਕ ਮੀਡੀਆ ਦੇ। ਪਰ ਕੋਈ ਸੁਣਵਾਈ, ਕੋਈ ਅਪੀਲ, ਕੋਈ ਦਲੀਲ, ਕੋਈ ਆਪਣਾ ਪੱਖ ਰੱਖਣ ਦਾ ਮੌਕਾ ਕਿਸੇ ਨੇ ਸਾਨੂੰ ਹਜੇ ਤੱਕ ਨਹੀਂ ਦਿੱਤਾ। ਗਿੱਲ ਸਾਹਿਬ, ਤੁਸੀਂ ਐਥਨਿਕ ਮੀਡੀਆ ਦੀ ਗੱਲ ਕੀਤੀ ਹੈ ਜੀ। ਇਹ ਜਿਹੜਾ ਬਿੱਲ C11 ਹੈ ਉਹਨੂੰ ਕਿਵੇਂ ਪ੍ਰਭਾਵਿਤ ਕਰਦਾ ਜੀ? ਪੰਮ ਸਾਹਿਬ, ਐਥਨਿਕ ਮੀਡੀਆ ਦੇਖੋ, ਇਹ ਜਿਹੜਾ ਹੈ ਬੜਾ ਵੱਡਾ ਰੋਲ ਇੱਥੇ ਅਦਾ ਕਰ ਰਿਹਾ ਹੈ ਜੀ। ਜਿਹੜਾ ਸਾਡਾ ਵੱਡਾ ਇੱਥੇ ਇਮੀਗ੍ਰੈਂਟ ਭਾਈਚਾਰਾ ਹੈ ਉਸ ਦੀ ਆਵਾਜ਼ ਬੁਲੰਦ ਕਰਨੀ, ਸਰਕਾਰ ਦੇ ਤੱਕ ਪਹੁੰਚਾਉਣੀ, ਸਰਕਾਰ ਦਾ ਜਿਹੜਾ ਮੈਸੇਜ ਹੈ, ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਉਹਨਾਂ ਨੂੰ ਕਮਿਊਨਿਟੀ ਤੱਕ ਪਹੁੰਚਾਉਣਾ। ਸੋ ਜਿਹੜਾ ਐਥਨਿਕ ਮੀਡੀਆ ਹੈ ਉਹ ਅੱਜ ਤੋਂ ਨਹੀਂ, ਉਹ ਜਦ ਤੋਂ 1912-13 ਦੇ ਵਿੱਚ ਜਦੋਂ ਪਹਿਲਾ ਪੰਜਾਬੀ ਅਖਬਾਰ ਇੱਥੇ ਸ਼ੁਰੂ ਕੀਤਾ ਗਿਆ ਸੀ ਵੈਨਕੂਵਰ ਦੇ ਵਿੱਚ, ਉਦੋਂ ਤੋਂ ਹੀ ਜਿਹੜਾ ਐਥਨਿਕ ਮੀਡੀਆ ਹੈ ਉਹ ਇੱਕ ਪੁਲ ਦਾ ਕੰਮ ਕਰ ਰਿਹਾ ਹੈ। ਐਥਨਿਕ ਮੀਡੀਆ ਜਿਹੜਾ ਦੇਖੋ ਹੁਣ ਸਰਕਾਰ ਦਾ ਇਹ ਟਾਰਗੇਟ ਹੈ ਕਿ ਜਿਹੜਾ 5 ਲੱਖ ਇਮੀਗ੍ਰੈਂਟਸ ਹੈ ਉਹ ਇੱਥੇ ਬੁਲਾਉਣੇ ਆ ਹਰ ਸਾਲ ਕੈਨੇਡਾ ਦੇ ਵਿੱਚ ਜੀ। ਉਹਨਾਂ ਨੂੰ ਇੱਥੇ ਆਪਣੇਪਣ ਦਾ ਅਹਿਸਾਸ ਕਰਾਉਂਦਾ ਐਥਨਿਕ ਮੀਡੀਆ, ਉਹਨਾਂ ਨੂੰ ਬੇਗਾਨਗੀ ਦੇ ਅਹਿਸਾਸ ਤੋਂ ਬਚਾਉਂਦਾ ਹੈ ਜੀ। ਹੁਣ ਉਸ ਜਿਹੜਾ ਐਥਨਿਕ ਮੀਡੀਆ ਹੈ ਉਹਦੇ ਜਿਹੜੇ ਯੂਟਿਊਬਰ ਹੈ, ਯੂਟਿਊਬ ਚੈਨਲ ਹੈ ਜਾਂ ਹੋਰ ਜਿਹੜਾ ਆਨਲਾਈਨ ਸਟ੍ਰੀਮਿੰਗ ਹੁੰਦੀ ਹੈ, ਉਸ ਦੇ ਉੱਤੇ ਇਹ ਜਿਹੜਾ ਬਿੱਲ C11 ਹੈ, ਇਹ ਜਿਹੜਾ ਕੈਨੇਡੀਅਨ ਕੰਟੈਂਟ ਦੀ ਜਿਹੜੀ ਪੰਜਾਲੀ ਹੈ ਉਹ ਪਾਉਣ ਨੂੰ ਤਿਆਰ ਹੈ ਜੀ। ਉਸ ਦੇ ਵਿੱਚ ਜਿਹੜਾ ਤੁਹਾਡਾ ਤੁਸੀਂ ਜਿਹੜਾ ਕੰਟੈਂਟ ਕ੍ਰੀਏਟ ਕਰਦੇ ਆ, ਕੋਈ ਯੂਟਿਊਬਰ ਕੰਟੈਂਟ ਕ੍ਰੀਏਟ ਕਰਦਾ ਹੈ, ਉਸ ਨੂੰ ਇਹ ਦੇਖੇਗੀ CRTC ਕਿ ਇਹ ਕੈਨੇਡੀਅਨ ਹੈ ਕਿ ਨਹੀਂ। ਬੇਸਿਕਲੀ ਤੁਹਾਨੂੰ ਸਰਕਾਰ ਦੱਸੂਗੀ ਕਿ ਤੁਹਾਡਾ ਕੈਨੇਡੀਅਨ ਹੋਣ ਦਾ ਪੈਮਾਨਾ ਕੀ ਹੈ। ਬਿਲਕੁਲ। ਇਹ ਆਟਵਾ ਦੇ ਜਿਹੜੇ ਬਿਊਰੋਕਰੈਟ ਬੈਠੇ ਆ ਉਹ ਡਿਸਾਈਡ ਕਰਨਗੇ ਕਿ ਤੁਸੀਂ ਕੈਨੇਡੀਅਨ ਹੋ ਜਾਂ ਨਹੀਂ। ਮੈਂ ਸਮਝਦਾ ਪੰਮ ਸਾਹਿਬ, ਜਿਹੜਾ ਕੈਨੇਡੀਅਨ ਹੋਣ ਦਾ ਪੈਮਾਨਾ ਹੈ, ਜਦ ਇੱਥੇ 5 ਲੱਖ ਜਿਹੜਾ ਇਮੀਗ੍ਰੈਂਟ ਹੈ ਉਹ ਹਰ ਸਾਲ ਆ ਰਿਹਾ ਹੈ, ਤਾਂ ਜਿਹੜਾ ਕੈਨੇਡੀਅਨ ਦੀ ਡੈਫੀਨੇਸ਼ਨ ਹੈ, ਕੈਨ ਇਟ ਬੀ ਫਰੀਜ਼ਡ ਇਨ ਟਾਈਮ, ਕਿ ਉਹਨੂੰ ਸਮੇਂ ਦੇ ਵਿੱਚ ਉਸਨੂੰ ਜਮਾ ਕੇ ਰੱਖਿਆ ਜਾ ਸਕਦਾ ਕਿਸੇ ਲਾਅ ਦੇ ਅਧੀਨ। ਬਿਲਕੁਲ। ਕੋਈ ਬਿਊਰੋਕਰੈਟ ਸਾਨੂੰ ਇਹ ਦੱਸ ਸਕਦਾ ਆਟੋਆ ਦੇ ਵਿੱਚ ਬੈਠਾ ਵੀ ਕੀ ਕੈਨੇਡੀਅਨ ਹੈ ਕੀ ਨਹੀਂ ਕੈਨੇਡੀਅਨ। ਸੋ ਉਹ ਤਾਕਤ ਸਰਕਾਰ ਦੇ ਕੋਲ ਚਲੀ ਜਾਊਗੀ ਜੀ। ਫਿਰ ਸਰਕਾਰ ਜਿਸ ਕੰਟੈਂਟ ਨੂੰ ਕੈਨੇਡੀਅਨ ਮੰਨੂਗੀ ਉਹ ਕੰਟੈਂਟ ਤਾਂ ਪ੍ਰਮੋਟ ਹੋਊਗਾ YouTube ਦੇ ਉੱਤੇ। ਜਿਸ ਕੰਟੈਂਟ ਨੂੰ ਕੈਨੇਡੀਅਨ ਸਰਕਾਰ ਨਹੀਂ ਮੰਨੂਗੀ ਉਸ ਦਾ ਐਲਗੋਰਿਦਮ ਇਸ ਤਰ੍ਹਾਂ ਸੈੱਟ ਕੀਤਾ ਜਾਊਗਾ ਕਿ ਉਹ ਥੱਲੇ ਦਬ ਕੇ ਰਹਿ ਜਾਊਗਾ, ਉਹ ਲੋਕਾਂ ਤੱਕ ਪਹੁੰਚੂਗਾ ਨਹੀਂ। ਸੋ ਸਰਕਾਰਾਂ ਭਾਮ ਸਾਹਿਬ ਤੁਹਾਨੂੰ ਪਤਾ ਹੈ ਕਿਸ ਤਰ੍ਹਾਂ ਕੰਮ ਕਰਦੀਆਂ ਨੇ। ਬਿਲਕੁਲ। ਜਦੋਂ ਸਰਕਾਰ ਦੇ ਹੱਕ ਦੀ ਗੱਲ ਹੋਊਗੀ ਉਹ ਪ੍ਰਮੋਟ ਹੋਊਗੀ, ਉਹ ਕੈਨੇਡੀਅਨ ਹੋਊਗੀ। ਜਿਹੜੀ ਚੀਜ਼ ਕ੍ਰਿਟੀਕਲ ਹੋਊਗੀ ਉਹ ਥੱਲੇ ਦਬ ਜਾਊਗੀ। ਬਿਲਕੁਲ। ਸੋ ਇਸ ਲਈ ਜਿਹੜੀ ਬੋਲਣ ਦੀ ਆਜ਼ਾਦੀ ਹੈ, ਸਰਕਾਰ ਨੂੰ ਅਕਾਊਂਟੇਬਲ ਕਰਨ ਦੀ, ਕਟਹਿਰੇ 'ਚ ਖੜਾ ਕਰਨ ਦੀ ਜਿਹੜੀ ਬੇਸਿਕ ਫੰਡਾਮੈਂਟਲ ਹਿਊਮਨ ਰਾਈਟ ਹੈ, ਇਹ ਜਿਹੜਾ ਬਿੱਲ C11 ਹੈ ਇਹ ਉਸ ਦੇ ਉੱਤੇ ਇੱਕ ਸਿੱਧਾ ਹਮਲਾ ਹੈ, ਦਬਾ ਕੇ ਰੱਖੂਗਾ ਉਹਨੂੰ। ਹੁਣ ਐਥਨਿਕ ਮੀਡੀਆ ਦੇ ਉੱਤੇ ਜਿਹੜਾ ਕੰਟੈਂਟ ਹੈ, ਸਾਡਾ ਤੁਹਾਡਾ ਕੰਟੈਂਟ ਹੈ, ਸਾਡੇ ਇੱਥੇ ਮੁੰਡੇ ਕਿੰਨੇ ਯੂਟਿਊਬਰ ਹੈ, ਨਵੇਂ ਯੰਗਸਟਰ, ਉਹਦੇ ਵਿੱਚੋਂ ਆਪਣੀ ਇੱਕ ਕਮਾਈ ਕਰ ਰਹੇ ਆ, ਇੱਕ ਕਰੀਅਰ ਬਣ ਚੁੱਕਿਆ ਹੈ ਹੁਣ ਜਿਹੜਾ YouTube ਹੈ, ਯੂਟਿਊਬਰ ਹੋਣਾ, ਉਹਨਾਂ ਦੇ ਉੱਤੇ ਕਿੰਨਾ ਮਾੜਾ ਇਹਦਾ ਪ੍ਰਭਾਵ ਪਊਗਾ। ਬਿਲਕੁਲ। ਭੰਮ ਸਾਹਿਬ, ਬੇਸਿਕਲੀ ਤਾਂ ਹੁਣ ਸਰਕਾਰਾਂ ਨੂੰ ਇਹ ਸਮਝਣਾ ਚਾਹੀਦਾ ਹੈ, ਤੇ ਹੁਣ ਇੱਥੇ ਗੈਰ ਵਾਜਬ ਵੀ ਇਸ ਲਈ ਹੈ ਕਿ ਜਿਹੜਾ 30 ਸਾਲ ਪੁਰਾਣਾ ਨਿਜ਼ਾਮ CRTC ਦਾ ਉਹ ਤੁਸੀਂ ਨਵੇਂ ਮੀਡੀਆ ਦੇ ਉੱਤੇ ਥੋਪ ਦਿੱਤਾ, ਜਿਹੜਾ ਕਿ ਬੇਸਿਕਲੀ ਉਹ ਰੇਡੀਓ ਤੇ ਟੈਲੀਵਿਜ਼ਨ ਨਾਲੋਂ ਵੱਖਰਾ ਹੈ। ਜਿਹੜਾ ਇੰਟਰਨੈਟ ਹੈ ਉਹ ਤੇ ਕੋਈ ਲਿਮਿਟ ਤਾਂ ਹੈ ਨਹੀਂ। ਬਿਲਕੁਲ। ਵੀ ਤੁਸੀਂ ਜਿਹੜਾ ਪ੍ਰਸਾਰਣ ਟਾਈਮ ਹੈ ਤੁਹਾਡਾ ਉਹ ਲਿਮਿਟਡ ਹੈ, ਉਹ ਤਾਂ ਅਨਲਿਮਿਟਡ ਇੱਕ ਮੀਡੀਅਮ ਹੈ ਇੰਟਰਨੈਟ। ਉਸ ਦੇ ਉੱਤੇ ਕੋਈ ਵੀ ਆਪਣਾ ਚੈਨਲ ਬਣਾ ਕੇ ਕਿੰਨੀ ਵੀ ਸਮੇਂ ਦੀ ਵੀਡੀਓ ਉੱਥੇ ਪਾ ਸਕਦਾ ਹੈ। ਹੁਣ ਜੇ ਸਰਕਾਰ ਕੈਨੇਡੀਅਨ ਕੰਟੈਂਟ ਜਾਂ ਕੈਨੇਡੀਅਨ ਕਲਚਰ ਨੂੰ ਪ੍ਰਮੋਟ ਕਰਨਾ ਚਾਹੁੰਦੀ ਹੈ ਤਾਂ ਜੀ ਸਦਕੇ, ਜਿਸ ਚੀਜ਼ ਨੂੰ ਕੈਨੇਡੀਅਨ ਕੰਟੈਂਟ ਮੰਨਦੇ ਨੇ, ਅਸੀਂ ਤਾਂ ਵੈਸੇ ਇਹ ਮੰਨਦੇ ਹਾਂ ਕਿ ਜੋ ਵੀ ਇੱਕ ਕੈਨੇਡੀਅਨ ਲੋਕ ਇੱਥੇ ਕੈਨੇਡਾ ਦੀ ਧਰਤੀ ਉੱਤੇ ਬਹਿ ਕੇ ਕ੍ਰੀਏਟ ਕਰ ਰਹੇ ਨੇ ਉਹ ਕੈਨੇਡੀਅਨ ਕੰਟੈਂਟ ਹੀ ਹੈ। ਬਿਲਕੁਲ। ਚਾਹੇ ਉਹ ਕਿਸੇ ਦੇ ਲਈ ਵੀ ਹੋਵੇ। ਬਿਲਕੁਲ। ਉਹਦੇ ਵਿੱਚ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਸੋ ਇਹ ਹੁਣ ਸਰਕਾਰ ਜੇ ਆਪਣਾ ਜਿਹੜਾ ਸਰਕਾਰੀ ਕੰਟੈਂਟ ਹੈ ਉਸ ਨੂੰ ਪ੍ਰਮੋਟ ਕਰਨਾ ਚਾਹੁੰਦੀ ਹੈ ਤਾਂ ਆਪਣਾ YouTube ਚੈਨਲ ਬਣਾਏ, ਉਹਦੇ ਉੱਤੇ ਉਹ ਕੰਟੈਂਟ ਪਾ ਦੇਵੇ। ਜਿਹੜਾ ਰਾਈਟ ਟੂ ਚੋਇਸ ਹੈ ਉਹ ਤਾਂ ਲੋਕਾਂ ਦੀ ਹੈ ਨਾ। ਲੈਟ ਦਾ ਮਾਰਕੀਟਸ ਡਿਸਾਈਡ, ਲੈਟ ਦਾ ਵਿਊਅਰ ਡਿਸਾਈਡ what they want to watch and what they don't want to watch। ਜੀ। ਜੋ ਦੇਖਣਾ ਚਾਹੁੰਦੇ ਹੈ ਉਹ ਦੇਖਣ,
ਇਹ ਉਹਨਾਂ ਦੀ ਆਜ਼ਾਦੀ ਹੈ। ਬਿਲਕੁਲ। ਇਸੇ ਲਈ ਅਸੀਂ ਇੱਕ ਫ੍ਰੀ ਕੰਟਰੀ ਦੇ ਵਿੱਚ ਬੈਠੇ ਆ ਨਾ। ਹੂੰ। ਇਹ ਕੋਈ ਨਾਰਥ ਕੋਰੀਆ ਤਾਂ ਹੈ ਨਹੀਂ ਵੀ ਜਿਹੜਾ ਸਰਕਾਰ ਦਾ ਪ੍ਰੋਪੇਗੈਂਡਾ ਉਹੀ ਤੁਹਾਨੂੰ ਦੇਖਣਾ ਪਊਗਾ ਸਾਰਾ। ਬਿਲਕੁਲ। ਪਰ ਇਹ ਚਲਾਕੀ ਇਸ ਤਰ੍ਹਾਂ ਕੀਤੀ ਜਾ ਰਹੀ ਹੈ ਕਿ ਨਾਮ ਲੈ ਕੇ ਕਲਚਰ ਦਾ ਜੋ ਸਰਕਾਰ ਕੰਟੈਂਟ ਚਾਹੂਗੀ ਉਹ ਪ੍ਰਮੋਟ ਹੋਊਗਾ ਇੰਟਰਨੈਟ ਦੇ ਉੱਤੇ। ਬਿਲਕੁਲ। ਹੁਣ ਐਥਨਿਕ ਮੀਡੀਆ ਦੇ ਵਿੱਚ ਦੇਖੋ ਬਹੁਤ ਲੋਕ ਕੰਮ ਕਰਦੇ ਆ ਜਿਨ੍ਹਾਂ ਦੀ ਨੈਸ਼ਨੈਲਿਟੀ ਕੈਨੇਡੀਅਨ ਨਹੀਂ ਹੈਗੀ, ਪਰ ਐਥਨਿਕ ਮੀਡੀਆ ਦਾ, ਪੰਜਾਬੀ ਮੀਡੀਆ ਦੀ ਜੇ ਮੈਂ ਗੱਲ ਕਰਾਂ, ਐਡਾ ਯੋਗਦਾਨ ਹੈ ਭਾਮ ਸਾਹਿਬ, ਉਹਦੇ ਕਰਕੇ ਅੱਜ ਇੱਥੇ ਐਡੀ ਵੱਡੀ ਮੀਡੀਆ ਇੰਡਸਟਰੀ ਡਿਵੈਲਪ ਹੋ ਚੁੱਕੀ ਆ ਜਿਸ ਦਾ ਰੈਵਨਿਊ ਕੈਨੇਡਾ ਨੂੰ ਮਿਲ ਰਿਹਾ ਹੈ। ਬਿਲਕੁਲ। ਉਸ ਦੇ ਕਰਕੇ ਇੱਕ ਜਿਹੜੀ ਐਡੀ ਵੱਡੀ ਫਿਲਮ ਇੰਡਸਟਰੀ ਜਿਹੜਾ ਅਸੀਂ ਜਿਹੜੀ ਬੁਨਿਆਦ ਰੱਖੀ ਪੰਜਾਬੀ ਮੀਡੀਆ ਨੇ, ਉਸ ਬੁਨਿਆਦ ਦੇ ਉੱਤੇ ਆ ਕੇ ਅੱਜ ਹੁਣ ਇੱਕ ਬੜੀ ਵੱਡੀ ਫਿਲਮ ਇੰਡਸਟਰੀ ਇੱਥੇ ਐਂਟਰਟੇਨਮੈਂਟ ਇੰਡਸਟਰੀ ਟਿਕ ਚੁੱਕੀ ਆ ਕੇ ਸਰੀ ਦੇ ਵਿੱਚ। ਬਿਲਕੁਲ। ਹੁਣ ਜੇ ਉਹ ਸਾਰਾ ਕੁਝ ਤਾਂ ਹੋਇਆ, ਹੁਣ ਉਸ ਦੇ ਉੱਤੇ ਤੁਸੀਂ ਬੰਦਿਸ਼ਾਂ ਲਾਉਣੀਆਂ ਚਾਹੁੰਦੇ ਹੋ ਕਿ ਕੈਨੇਡੀਅਨ ਕੰਟੈਂਟ ਦੇ ਨਾਮ ਦੇ ਉੱਤੇ, ਉਹਦਾ ਸਗੋਂ ਤੁਸੀਂ ਉਸ ਨੂੰ ਪ੍ਰਮੋਟ ਕਰੋ ਕਿ ਇੱਕ ਇੰਟਰਨੈਸ਼ਨਲ ਆਡੀਅנס ਦੇ ਵਾਸਤੇ ਬਿਲਕੁਲ ਇੱਥੋਂ ਕੰਟੈਂਟ ਕ੍ਰੀਏਟ ਹੋ ਰਿਹਾ, ਇੱਥੇ ਦਾ ਕ੍ਰੀਏਟ ਕੰਟੈਂਟ ਪੰਜਾਬ ਵਾਸਤੇ ਵੀ ਹੋ ਰਿਹਾ। ਬਿਲਕੁਲ। ਇੱਥੋਂ ਚੈਨਲ ਚੱਲ ਰਹੇ ਨੇ ਜਿਹੜੇ ਪੰਜਾਬ ਦੇ ਵਿੱਚ ਲੋਕਪ੍ਰਿਯ ਨੇ ਜੀ। ਬਿਲਕੁਲ। ਨਿਊਜ਼ੀਲੈਂਡ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਸਗੋਂ ਤੁਸੀਂ ਪੁੱਠਾ ਉਹਦੇ ਤੇ ਸ਼ਰਾਇਤ ਲਾਉਂਦੇ ਹੋ ਕਿ ਇਹ ਕੈਨੇਡੀਅਨ ਕੰਟੈਂਟ ਹੋਣਾ ਚਾਹੀਦਾ ਤੇ ਕੈਨੇਡੀਅਨ ਕੰਟੈਂਟ ਕੀ ਹੋਊਗਾ ਉਹ ਅਸੀਂ ਦੱਸਾਂਗੇ, ਅਸੀਂ ਨਿਰਧਾਰਤ ਕਰਾਂਗੇ। ਸੋ ਇਸ ਲਈ ਭਾਮ ਸਾਹਿਬ ਚੌਤਰਫੇ ਇਸ ਬਿੱਲ ਦੀ ਜਿਹੜੀ ਹੈ ਉਹ ਨਖੇਦੀ ਹੋ ਰਹੀ ਹੈ। ਕੰਜ਼ਰਵੇਟਿਵ ਪਾਰਟੀ ਹੈ ਜਿਹੜੀ ਉਹ ਇਸ ਬਿੱਲ ਦਾ ਵਿਰੋਧ ਕਰ ਰਹੀ ਹੈ ਵੱਡੇ ਪੱਧਰ ਦੇ ਉੱਤੇ, ਪਾਰਲੀਮੈਂਟ ਦੇ ਵਿੱਚ ਵੀ ਉਸਨੇ ਵਿਰੋਧ ਕੀਤਾ। ਹਾਲਾਂਕਿ ਜਿਹੜਾ ਉਹਨਾਂ ਦਾ ਵਿਰੋਧ ਕਰਨ ਦਾ ਜਿਹੜਾ ਪੁਆਇੰਟ ਆਫ ਵਿਊ ਸੀਗਾ ਉਹ ਫੰਡਾਮੈਂਟਲ ਰਾਈਟਸ ਨੂੰ ਲੈ ਕੇ ਸੀਗਾ, ਰਾਈਟ ਟੂ ਫਰੀडम ਆਫ ਐਕਸਪ੍ਰੈਸ਼ਨ ਨੂੰ ਲੈ ਕੇ ਸੀਗਾ। ਉਹਨਾਂ ਦਾ ਜਿਹੜਾ ਵਿਰੋਧ ਕਰਨ ਦਾ ਨਜ਼ਰੀਆ ਸੀਗਾ ਉਹ ਗਵਰਨਮੈਂਟ ਨੂੰ ਲੈ ਕੇ ਸੀਗਾ, ਗਵਰਨਮੈਂਟ ਕੋਲੇ ਪਾਵਰ ਆ ਜਾਣੀ ਹੈ ਜਿਹੜਾ ਕੰਟੈਂਟ ਹੈ ਉਸਨੂੰ ਬੰਦ ਕਰਨ ਦੀ ਜਾਂ ਚਲਾਉਣ ਦੀ। ਬਿਲਕੁਲ। ਕਿਉਂਕਿ ਪੀਅਰ ਪੋਲੀਐਵ ਹੈ ਜਿਹੜੇ ਲੀਡਰ ਆਫ ਕੰਜ਼ਰਵੇਟਿਵ ਪਾਰਟੀ, ਉਹ ਅਕਸਰ ਹੁਣ ਦੇਖੋ ਤੁਸੀਂ ਮੀਡੀਆ ਜਿਹੜਾ ਮੇਨ ਸਟ੍ਰੀਮ ਮੀਡੀਆ ਹੈ ਉਸ ਦੇ ਖਿਲਾਫ ਬਿਆਨ ਦੇ ਰਹੇ ਹੈ। CBC ਦੇ, CTV ਦੇ ਵੀ ਖਿਲਾਫ ਉਹ ਬੋਲੇ ਹੈ। CBC ਨੂੰ ਤਾਂ ਉਹਨਾਂ ਨੇ ਇੱਥੋਂ ਤੱਕ ਕਿਹਾ ਹੈ ਕਿ ਲਿਬਰਲ ਪਾਰਟੀ ਦਾ ਇਹ ਪ੍ਰੋਪੇਗੈਂਡਾ ਚੈਨਲ ਹੈ ਜੀ। ਉਸ ਦੇ ਮੁਕਾਬਲੇ ਦੇ ਵਿੱਚ ਜਿਹੜਾ ਕੰਮ ਕਰ ਰਿਹਾ ਉਹ ਇੰਡੀਪੈਂਡੈਂਟ ਮੀਡੀਆ ਕੰਮ ਕਰ ਰਿਹਾ। ਬਿਲਕੁਲ। ਯੂਟਿਊਬਰਸ ਕੰਮ ਕਰ ਰਹੇ ਆ, ਸਭ ਦੇ ਹੱਥ ਦੇ ਵਿੱਚ ਮੋਬਾਈਲ ਹੈ, ਕੋਈ ਗੱਲ ਹੈ ਅਗਲੀ ਆਪਣਾ ਜਿਹੜਾ ਉਸ ਨੂੰ YouTube ਦੇ ਉੱਤੇ ਪਾ ਸਕਦਾ ਹੈ। ਬਿਲਕੁਲ। ਸੋ ਸਰਕਾਰ ਦੇ ਹੱਥ ਵਿੱਚ ਜਦ ਇਹ ਤਾਕਤ ਆ ਗਈ ਤਾਂ ਇਹ ਚੀਜ਼ ਚਲੀ ਜਾਊਗੀ। ਫਿਰ ਸਰਕਾਰ ਜੋ ਆਪਣਾ ਏਜੰਡਾ ਚਲਾਊਗੀ ਉਹੀ ਇੱਥੇ ਚੱਲੂਗਾ। ਬਿਲਕੁਲ। ਸੋ ਅਸੀਂ ਜਿਹੜੇ ਲੋਕ ਅਸੀਂ ਗੱਲ ਕਰਦੇ ਆਂ ਭਾਰਤ ਦੇ ਵਿੱਚ ਗੋਦੀ ਮੀਡੀਆ ਦੀ, ਪਰ ਇੱਥੇ ਕੀ ਹੋ ਰਿਹਾ ਉਹਨੂੰ ਅਸੀਂ ਰਿਲਾਈਜ਼ ਹੀ ਨਹੀਂ ਕਰਦੇ। ਗੋਦੀ ਮੀਡੀਆ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਸਾਰੇ ਸਾਡੇ ਕੁਛ ਨੂੰ ਤਾਂ ਦੇਖੋ ਆਪੋਜੀਸ਼ਨ ਪਾਰਟੀ ਕਹਿ ਰਹੀ ਹੈ ਸਿੱਧਾ, CBC ਨੂੰ ਤਾਂ ਗੋਦੀ ਮੀਡੀਆ ਕਹਿ ਰਹੀ ਹੈ ਕਿ ਲਿਬਰਲ ਪਾਰਟੀ ਦਾ ਗੋਦੀ ਮੀਡੀਆ ਹੈ CBC। ਸਪਸ਼ਟ ਤੌਰ ਤੇ ਕਹਿ ਰਹੇ ਆ, ਉਹ ਲੁਕਾ ਛਪਾ ਕੇ ਨਹੀਂ। ਉਹ ਇਹ ਵੀ ਕਹਿੰਦੇ ਆ ਕਿ ਅਸੀਂ ਇਸ ਨੂੰ ਜਿਹੜਾ ਹੈ ਡੀਫੰਡ ਕਰ ਦੇਣਾ, ਇਸ ਨੂੰ ਜਿਹੜਾ ਸਰਕਾਰੀ ਪੈਸਾ CBC ਨੂੰ ਜਾਂਦਾ ਹੈ ਉਸ ਨੂੰ ਖਤਮ ਕਰ ਦੇਣਾ। ਸੋ CBC ਦੀ ਜਿਹੜੀ CEO ਹੈ ਉਹ ਖੁਦ ਬਿਆਨ ਦੇ ਚੁੱਕੀ ਹੈ, ਕੰਜ਼ਰਵੇਟਿਵ ਪਾਰਟੀ ਨੂੰ ਅਟੈਕ ਕਰ ਚੁੱਕੀ ਹੈ। ਇੱਕ ਮੀਡੀਆ ਅਦਾਰੇ ਦੀ ਹੈਡ ਜਿਹੜੀ ਬਿਲਕੁਲ ਨਿਰਪੱਖਤਾ ਖਤਮ ਹੋ ਗਈ ਫਿਰ ਉੱਥੇ ਜੀ। ਉਸ ਦਾ ਜਿਹੜਾ ਮੁਕਾਬਲਾ ਹੈ ਉਹ ਇੰਡੀਪੈਂਡੈਂਟ ਮੀਡੀਆ ਕਰ ਰਿਹਾ ਤੇ ਜਿਹੜਾ ਬਿੱਲ C11 ਹੈ ਇਹ ਇੰਡੀਪੈਂਡੈਂਟ ਮੀਡੀਆ ਦੇ ਉੱਤੇ ਇੱਕ ਅਟੈਕ ਹੈ। ਉਸ ਨੂੰ ਕਾਬੂ ਕਰਨ ਦਾ, ਉਸ ਨੂੰ ਕੰਟਰੋਲ ਕਰਨ ਦੀ ਇੱਕ ਸਾਜ਼ਿਸ਼ ਹੈ। ਸਹਾਰਾ ਜਿੱਥੇ ਲਿਆ ਜਾ ਰਿਹਾ ਹੈ, ਓਟ ਆਸਰਾ ਲਿਆ ਜਾ ਰਿਹਾ ਹੈ ਕਲਚਰ ਦਾ, ਕੈਨੇਡੀਅਨ ਕਲਚਰ ਨੂੰ ਪ੍ਰਮੋਟ ਕਰਕੇ, ਜਿਹੜਾ ਕਹੀਂ ਪੇ ਨਿਗਾहें ਤੇ ਕਹੀਂ ਪੇ ਨਿਸ਼ਾਨਾ ਵਾਲੀ ਗੱਲ ਹੈ ਭਾਮ ਸਾਹਿਬ। ਬੜੀ ਚਲਾਕੀ ਨਾਲ ਜਿਹੜਾ ਬਿੱਲ C11 ਹੈ ਇਸ ਨੂੰ ਧੱਕਿਆ ਜਾ ਰਿਹਾ ਹੈ। ਪਰ ਦੇਖੋ ਜਿਹੜਾ ਸਾਰਾ ਸਾਡਾ ਸਿਸਟਮ ਹੈ, ਆਪੋਜੀਸ਼ਨ ਹੈ, ਚਾਹੇ ਇਹ ਬਿੱਲ ਫਿਰ ਸੈਨੇਟ ਦੇ ਵਿੱਚ ਗਿਆ ਜੀ। ਸੈਨੇਟ ਦੇ ਵਿੱਚ ਜਿਹੜੇ ਲਿਬਰਲ ਪਾਰਟੀ ਨੇ ਨੋਮੀਨੇਟ ਕੀਤੇ ਸੀ ਸੈਨੇਟਰਸ, ਉਹਨਾਂ ਨੇ ਖੁਦ ਇਸ ਬਿੱਲ ਦਾ ਕੜਾ ਵਿਰੋਧ ਕੀਤਾ ਹੈ। ਅੱਛਾ। ਕਿਉਂਕਿ ਇਹ ਤੁਹਾਡੀ ਜਿਹੜੀ ਬੋਲਣ ਦੀ ਆਜ਼ਾਦੀ ਹੈ ਤੇ ਤੁਹਾਡੀ ਜਿਹੜਾ ਇੱਕ ਡਿਸੀਜਨ ਮੇਕਿੰਗ ਦੀ ਆਜ਼ਾਦੀ ਹੈ, ਤੁਸੀਂ ਐਜ਼ ਅ ਵਿਊਅਰ ਤੁਹਾਡਾ ਇਹ ਇੱਕ ਡਿਸੀਜਨ ਹੁੰਦਾ ਹੈ ਵੀ ਤੁਸੀਂ ਕੀ ਦੇਖਣਾ ਕੀ ਨਹੀਂ ਦੇਖਣਾ। ਇਹ ਤੁਹਾਡੇ ਤੋਂ ਉਹ ਅਧਿਕਾਰ ਵੀ ਖੋਲੂਗਾ ਬਿੱਲ C11। ਬਿਲਕੁਲ। ਇਹ ਤੁਹਾਨੂੰ ਪ੍ਰਸਤੁਤੀ ਉਹ ਕਰੂਗਾ ਜੋ ਸਰਕਾਰ ਚਾਹੁੰਦੀ ਹੈ। ਐਲਗੋਰਿਦਮ ਇਹੋ ਜਿਹੇ ਬਣਾ ਦਿੱਤੇ ਜਾਣਗੇ ਕਿ ਤੁਹਾਡੇ ਤੱਕ ਸਰਕਾਰੀ ਕੰਟੈਂਟ ਹੀ ਪਹੁੰਚੂਗਾ, ਦੂਜਾ ਕੰਟੈਂਟ ਪਹੁੰਚਣਾ ਹੀ ਨਹੀਂ, ਉਸ ਨੂੰ ਦਬਾ ਦਿੱਤਾ ਜਾਊਗਾ, ਦਫਨ ਕਰ ਦਿੱਤਾ ਜਾਊਗਾ ਜੀ। ਸੋ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਕੀ ਹੋ ਰਿਹਾ ਤੇ ਪਰ ਹੋਊਗਾ ਉਹੀ ਜਿੱਥੇ ਤੱਕ ਹਾਂ ਸਰਕਾਰ ਦੀ।
ਜਿਸ ਨੂੰ ਸਰਕਾਰ ਹਾਂ ਕਰੂਗੀ ਉਹ ਕੰਟੈਂਟ ਹੀ ਲੋਕਾਂ ਤੱਕ ਪਹੁੰਚੂਗਾ ਤੇ ਇੱਕ ਲੁਕੇ ਤਰੀਕੇ ਦੇ ਨਾਲ ਇੱਕ ਲੁਕਵੇਂ ਤਰੀਕੇ ਦੇ ਨਾਲ ਇੱਕ ਇਨਫੋਰਮੇਸ਼ਨ ਵਾਰ ਜਿਹੜੀ ਹੈ ਉਹ ਚਲਾਈ ਜਾਊਗੀ। ਕੈਨੇਡੀਅਨ ਪਬਲਿਕ ਦਾ ਜਿਹੜਾ ਦਿਮਾਗ ਹੈ ਉਸ ਦੇ ਨੂੰ ਕੰਟਰੋਲ ਕੀਤਾ ਜਾਊਗਾ, ਪ੍ਰੋਪੇਗੈਂਡਾ ਚਲਾਇਆ ਜਾਊਗਾ ਜੀ, ਜਿਹੜਾ ਸੂਟ ਕਰਦਾ ਹੋਊਗਾ ਸਰਕਾਰ ਨੂੰ। ਬਿਲਕੁਲ। ਉਹ ਭੰਮ ਸਾਹਿਬ ਇਹ ਸਾਰੇ ਜਿਹੜੇ ਕ੍ਰਿਟਿਸਿਜ਼ਮ ਹੈ ਇਹ ਵਿਰੋਧੀ ਪਾਰਟੀਆਂ ਨੇ ਕੀਤੇ, ਪਰ ਜਿਹੜਾ ਇੱਕ ਐਥਨਿਕ ਮੀਡੀਆ ਦਾ ਪੁਆਇੰਟ ਆਫ ਵਿਊ ਹੈ, ਜਿਹੜਾ ਸਭ ਤੋਂ ਜ਼ਿਆਦਾ ਜਿਸ ਐਥਨਿਕ ਮੀਡੀਆ ਨੇ ਇਸ ਚੀਜ਼ ਤੋਂ ਇਫੈਕਟ ਹੋਣਾ ਹੈ, ਬਿੱਲ C-11 ਤੋਂ ਇਫੈਕਟ ਹੋਣਾ ਹੈ, ਬਿਲਕੁਲ ਉਸ ਦਾ ਪੁਆਇੰਟ ਆਫ ਵਿਊ ਕਿਸੇ ਨੇ ਨਹੀਂ ਰੱਖਿਆ। ਨਾ ਤਾਂ ਰੂਲਿੰਗ ਪਾਰਟੀ ਨੇ ਤਾਂ ਚਲੋ ਰੱਖਣਾ ਹੀ ਕੀ ਸੀ, ਆਪੋਜੀਸ਼ਨ ਵੀ ਇਸ ਗੱਲ ਤੋਂ ਅਣਜਾਣ ਰਹੀ। ਸੋ ਮੈਂ ਰੇਡੀਓ ਇੰਡੀਆ ਦੇ ਮਾਧਿਅਮ ਦੇ ਨਾਲ ਸਾਰੇ ਜਿਹੜੇ ਸਾਡੇ MPs ਹੈ ਪਾਰਲੀਮੈਂਟ ਦੇ ਵਿੱਚ, ਚਾਹੇ ਉਹ ਰੂਲਿੰਗ ਪਾਰਟੀ ਦੇ ਹੈ ਚਾਹੇ ਉਹ ਆਪੋਜੀਸ਼ਨ ਦੇ ਹੈ, ਮੈਂ ਉਹਨਾਂ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਉਣੀ ਚਾਹੁੰਦਾ ਕਿ ਜਿਹੜਾ ਬਿੱਲ C-11 ਹੈ ਇਹ ਜਿਹੜਾ ਐਥਨਿਕ ਮੀਡੀਆ ਦਾ ਜਿਹੜਾ ਅਧਿਕਾਰ ਹੈ ਉਸ ਦੇ ਉੱਤੇ ਬੜਾ ਵੱਡਾ ਡਾਕਾ ਮਾਰਦਾ ਹੈ, ਸਾਡੇ ਕੰਮ ਕਰਨ ਦੇ ਵਿੱਚ ਬੜੀ ਵੱਡੀ ਰੁਕਾਵਟ ਕ੍ਰੀਏਟ ਕਰਦਾ ਹੈ, ਸਾਡੇ ਜਿਹੜੇ ਕ੍ਰੀਏਟਿਵ ਡਿਸੀਜਨਸ ਹੈ ਉਹਨਾਂ ਦੇ ਉੱਤੇ ਇਹ ਸਵਾਲੀਆ ਨਿਸ਼ਾਨ ਲਾਉਂਦਾ ਹੈ ਤੇ ਸਾਨੂੰ ਬਰਡਨ ਕਰਦਾ ਹੈ ਅਨਨੈਸੈਸਰੀਲੀ ਜੀ। ਸੋ ਜਿਹੜਾ ਪੰਜਾਬੀ ਮੀਡੀਆ ਹੈ ਗਿੱਲ ਸਾਹਿਬ, ਪੰਜਾਬੀ ਮੀਡੀਆ ਦੇ ਵਿੱਚ ਵੀ ਮੈਂ ਕੁਝ ਨਹੀਂ ਦੇਖਿਆ, ਨਾ ਰੇਡੀਓ ਤੇ ਨਾ ਕਿਸੇ ਅਖਬਾਰਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪ੍ਰਚਾਰ ਹੋ ਰਿਹਾ, ਕਿਉਂਕਿ ਉਹਨਾਂ ਨੂੰ ਸਮਝ ਨਹੀਂ ਲੱਗੀ। ਭਾਮ ਸਾਹਿਬ ਮੈਂ ਇਹ ਸਮਝਦਾ ਵੀ ਜਿਹੜਾ ਸਾਡਾ ਪੰਜਾਬੀ ਮੀਡੀਆ ਹੋ ਸਕਦਾ ਬਈ ਹਜੇ ਉਹਨਾਂ ਨੇ ਰਿਅਲਾਈਜ਼ ਨਾ ਕੀਤਾ ਹੋਵੇ, ਸਾਡੇ ਸੁਚੇਤ ਨਹੀਂ ਗਏ ਹਾਂਜੀ ਇਸ ਬਿੱਲ ਦੇ ਖਤਰੇ ਨੂੰ, ਵੀ ਇਹ ਕਿਸ ਤਰ੍ਹਾਂ ਜਿਹੜਾ ਸਾਡਾ YouTube ਚੈਨਲਸ ਹੈ ਸਾਡੇ ਆਨਲਾਈਨ ਸਟ੍ਰੀਮਿੰਗ ਹੈ ਉਸ ਨੂੰ ਕਿਸ ਤਰ੍ਹਾਂ ਇਫੈਕਟ ਕਰ ਸਕਦਾ ਹੈ, ਕਿਸ ਤਰ੍ਹਾਂ ਉਸ ਤੇ ਪ੍ਰਭਾਵ ਪਾ ਸਕਦਾ ਹੈ, ਇਹ ਸਾਡਾ ਜਿਹੜਾ ਮੀਡੀਆ ਹੈ ਹਜੇ ਤੱਕ ਨਹੀਂ ਸਮਝਿਆ। ਇਸ ਲਈ ਉਸ ਤਰ੍ਹਾਂ ਦੀ ਜਿਹੜੀ ਆਵਾਜ਼ ਹੈ ਉਹ ਹਜੇ ਨਹੀਂ ਉੱਠੀ। ਪਰ ਗੱਲ ਇਹ ਹੈ ਭੰਮ ਸਾਹਿਬ, ਜੇ ਹੁਣ ਕਬੂਤਰ ਅੱਖਾਂ ਮੀਚ ਲਵੇ ਤਾਂ ਬਿੱਲੀ ਉਸ ਨੂੰ ਛੱਡ ਨਹੀਂ ਦਿੰਦੀ, ਮਾਫ ਨਹੀਂ ਕਰ ਦਿੰਦੀ। ਸੋ ਜਿਹੜਾ ਬਿੱਲ C-11 ਹੈ ਇਟਸ ਅ ਕੈਟ ਅਮੰਗ ਦ ਪਿਜਨਸ। ਸਰਕਾਰ ਨੇ ਕਬੂਤਰਾਂ ਦੇ ਵਿੱਚ ਬਿੱਲੀ ਛੱਡ ਦਿੱਤੀ ਹੈ ਤੇ ਹੁਣ ਕਿਸੇ ਵੀ ਕਬੂਤਰ ਦੀ ਜਿਹੜੀ ਸ਼ਾਮਤ ਹੈ ਉਹ ਇਹਦੇ ਹੱਥੋਂ ਆ ਸਕਦੀ ਹੈ, ਕਿਸੇ ਦੇ ਵੀ ਖੰਭੇ ਝਾੜ ਸਕਦੀ ਹੈ ਬਿੱਲੀ। ਸੋ ਮੈਂ ਤਾਂ ਭੰਮ ਸਾਹਿਬ ਜਿੱਥੇ ਵੀ ਕਿਸੇ ਵੀ ਪਬਲਿਕ ਰੈਪਰੈਜ਼ੈਂਟੇਟਿਵ ਨੂੰ ਮੈਂ ਮਿਲਦਾ ਮੈਂ ਇਸ ਬਿੱਲ ਦਾ ਜਿਹੜਾ ਪੁਰਜ਼ੋਰ ਵਿਰੋਧ ਕਰਦਾ, ਮੈਂ ਇਸ ਦੇ ਖਿਲਾਫ ਲਿਖ ਵੀ ਰਿਹਾ, ਮੈਂ ਇਸ ਦੇ ਖਿਲਾਫ ਬੋਲ ਵੀ ਰਿਹਾ ਤੇ ਹੁਣ ਇਹ ਬਿੱਲ ਦੁਬਾਰਾ ਫੇਰ ਪਾਰਲੀਮੈਂਟ ਦੇ ਵਿੱਚ ਆ ਚੁੱਕਿਆ ਹੈ ਕਿਉਂਕਿ ਸੈਨੇਟ ਨੇ ਇਸ ਦੇ ਵਿੱਚ ਅਮੈਂਡਮੈਂਟਸ ਕੀਤੀਆਂ ਨੇ। ਸੋ ਮੇਰੀ ਇਹ ਬੇਨਤੀ ਹੈ ਸਾਰੇ ਮੈਂਬਰ ਆਫ ਪਾਰਲੀਮੈਂਟਸ ਨੂੰ ਰੇਡੀਓ ਇੰਡੀਆ ਦੇ ਮਾਧਿਅਮ ਦੇ ਨਾਲ ਕਿ ਇਸ ਬਿੱਲ ਦਾ ਪੁਰਜ਼ੋਰ ਵਿਰੋਧ ਕੀਤਾ ਜਾਵੇ ਕਿਉਂਕਿ ਇਹ ਸਾਡੇ ਹੱਕਾਂ ਦੇ ਉੱਤੇ ਡਾਕਾ ਮਾਰਦਾ ਹੈ। ਇੱਥੇ ਜਿਹੜੀ ਮੀਡੀਆ ਇੰਡਸਟਰੀ ਹੈ, ਜਿਹੜੀ ਐਂਟਰਟੇਨਮੈਂਟ ਇੰਡਸਟਰੀ ਹੈ, ਇਹ ਉਸ ਦੇ ਲਈ ਨੁਕਸਾਨਦੇਹ ਸਾਬਤ ਹੋਊਗਾ। ਜੀ ਜੀ।